ਪੁਲਿਸ ਪਬਲਿਕ ਫਾਊਂਡੇਸ਼ਨ ਇਹ ਕੀ ਹੈ? ਇੱਦਾਂ ਦਾ ਕਰੀਏ ਜਿਹੜਾ ਕਿ ਸੁਸਾਇਟੀ ਦੇ ਨਾਲ ਜੁੜ ਕੇ ਨੀਡੀਜ਼ ਦੀ ਹੈਲਪ ਕਰ ਸਕੀਏ। ਸੋ ਪੁਲਿਸ ਪਬਲਿਕ ਫਾਊਂਡੇਸ਼ਨ ਦੇ ਅੰਦਰ ਅਸੀਂ 2-3 ਸਾਲ ਪਹਿਲੇ ਤੋਂ ਕੰਮ ਕਰ ਰਹੇ ਹਾਂ। ਗਰੀਬ ਬੰਦੇ ਨੂੰ ਸੋਚੋ ਕੀ ਫੈਸਿਲਿਟੀਜ਼ ਮਿਲਦੀਆਂ ਹੋਣਗੀਆਂ ਜਦੋਂ ਕਿ ਰਿਸੋਰਸਫੁਲ ਬੰਦੇ ਨੂੰ ਵੀ ਬੈੱਡ ਨਹੀਂ ਮਿਲ ਪਾਉਂਦਾ, ਦਵਾਈਆਂ ਨਹੀਂ ਮਿਲ ਪਾਉਂਦੀਆਂ। ਤੇ CMC ਦੇ ਵਿੱਚ ਅਸੀਂ ਹੁਣੇ 50 ਬੈੱਡ ਦਾ ਇੱਕ ਵਾਰਡ ਤਿਆਰ ਕਰਨ ਜਾ ਰਹੇ ਹਾਂ ਜਿਹੜਾ ਕਿ ਆਲਮੋਸਟ 7 ਦਿਨਾਂ ਦੇ ਅੰਦਰ ਆਪਰੇਸ਼ਨਲ, 7 ਤੋਂ 10 ਦਿਨਾਂ ਦੇ ਵਿੱਚ ਆਪਰੇਸ਼ਨਲ ਹੋ ਜਾਏਗਾ। ਤੇ ਇਹਦੇ ਵਿੱਚ ਖਾਸੀਅਤ ਇਹ ਹੈ ਕਿ 20% ਜਿਹੜੇ ਬੈੱਡਸ ਹੈ ਉਹ ਅਸੀਂ ਪੂਅਰ ਸੈਕਸ਼ਨ ਦੇ ਲਈ ਰੱਖੇ ਗਏ ਹੈ। ਉਹਨਾਂ ਤੋਂ ਪੈਸਾ ਸਿਰਫ ਕੰਜ਼ਿਊਮੇਬਲ ਤੇ ਦਵਾਈਆਂ ਦਾ ਹੀ ਲਿੱਤਾ ਜਾਵੇ, ਹੋਰ ਕੋਈ ਪੈਸਾ ਨਾ ਲਿੱਤਾ ਜਾਵੇ। ਅਫੋਰਡੇਬਲ ਬੇਸਿਕਲੀ ਵਾਰਡ ਹੋਊਗਾ। ਵਾਰਡ ਦਾ ਨਾਮ PPF ਪੁਲਿਸ ਪਬਲਿਕ ਫਾਊਂਡੇਸ਼ਨ ਵਾਰਡ ਰੱਖਿਆ ਜਾਊਗਾ ਜੀ। ਜਿਵੇਂ ਇਹਦੇ ਰੇਟਸ ਜਿਹੜੇ ਆ ਉਹ CMC ਡਿਸਾਈਡ ਕਰੇਗਾ ਜਾਂ ਤੁਹਾਡੀ ਕਮੇਟੀ ਡਿਸਾਈਡ ਕਰੇਗੀ ਜਿਹੜੇ ਵੀ ਹੈ? ਬਾਕੀਆਂ ਨਾਲੋਂ ਸਸਤਾ ਔਰ ਅਫੋਰਡੇਬਲ ਰੱਖਿਆ ਜਾਊਗਾ। ਔਰ ਇਹਦੇ ਵਿੱਚ CMC ਕੋਈ ਮੁਨਾਫਾ ਨਹੀਂ ਕਮਾਉਣ ਦੀ ਸੋਚ ਰਿਹਾ ਇਹ ਵਾਲੇ ਵਾਰਡ ਦੇ ਅੰਦਰ, ਬਿਕੋਜ਼ ਸਾਰੀ ਇਨਵੈਸਟਮੈਂਟ ਜਿਹੜੀ ਇਸ ਵਾਰਡ ਦੀ ਕੀਤੀ ਜਾ ਰਹੀ ਹੈ ਉਹ PPF ਸ਼ਹਿਰ ਦੇ ਇੰਡਸਟਰੀਲਿਸਟ ਉਹ ਇਹਦੇ 'ਚ ਕੰਟਰੀਬਿਊਟ ਕਰਕੇ ਅਸੀਂ ਇਹ ਤਿਆਰ ਕਰਾ ਕੇ ਦੇ ਰਹੇ ਹਾਂ। MOU ਸਾਈਨ ਕੀਤਾ ਹੈ ਕੱਲ ਇਨ ਦਾ ਪ੍ਰੈਜ਼ੈਂਸ ਆਫ ਆਪਣੇ ਕਮਿਸ਼ਨਰ ਸਾਹਿਬ, ਪੁਲਿਸ ਕਮਿਸ਼ਨਰ ਸਾਹਿਬ ਰਾਕੇਸ਼ ਅਗਰਵਾਲ ਜੀ ਦੇ ਆਫਿਸ 'ਚ। ਉਹ MOU ਦੇ ਅੰਦਰ ਸਾਰੀ ਕੰਡੀਸ਼ਨਸ ਲੇਡ ਹੈ, ਉਹ ਸਾਈਨ ਹੋ ਗਿਆ। ਡਾਇਰੈਕਟਰ ਵਿਲੀਅਮ ਭੱਟੀ ਜੀ ਨੇ ਸਾਈਨ ਕਰਤਾ, ਇਧਰੋਂ PPF ਨੇ ਸਾਈਨ ਕਰਤਾ। ਸਰ ਇਹ ਲੈਵਲ 3 ਦਾ ਹਸਪੀਟਲ ਹੈ ਜਾਂ ਲੈਵਲ 2 ਹੈ? ਇਹ ਸਰ ਲੈਵਲ 2 ਦਾ ਬਣਾਇਆ ਗਿਆ ਵਾਰਡ। ਲੈਵਲ 1 ਐਂਡ 2 ਜ਼ਿਆਦਾਤਰ ਐਮਫੈਸਿਸ 2 ਤੇ ਰਹੇਗਾ। ਇਹ ਜਿਹੜੀ PPF ਹੈ ਡੋਕੇ ਸਾਹਿਬ ਇਹਦੇ ਚੇਅਰਮੈਨ ਹੈ ਤੇ ਜਿਹੜੇ ਕਮਿਸ਼ਨਰ ਸਾਹਿਬ ਹੈ, ਪੁਲਿਸ ਕਮਿਸ਼ਨਰ ਸਾਹਿਬ ਮਾਨਯੋਗ ਰਾਕੇਸ਼ ਅਗਰਵਾਲ ਜੀ, ਉਹ ਸਾਡੇ ਚੇਅਰਮੈਨ ਹੈ ਤੇ ਮੈਂ ਇਸ ਬਾਡੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਂ ਜੀ। ਗੱਲਾਂ ਚੱਲ ਰਹੀਆਂ ਕਿ ਆਕਸੀਜਨ ਦਾ ਪਲਾਂਟ ਵੀ, ਆਕਸੀਜਨ ਜਨਰੇਸ਼ਨ ਦਾ ਪਲਾਂਟ ਵੀ ਆਪਾਂ CMC ਨੂੰ ਦਈਏ, ਜਿਹੜਾ ਕਿ ਗੱਲਬਾਤ ਚੱਲ ਰਹੀ ਹੈ ਕਿਸ ਇੰਡਸਟਰੀਲਿਸਟ ਨਾਲ। ਔਰ ਉਹਦੇ ਬਾਅਦ ਅਸੀਂ ਇਹਨਾਂ ਨੂੰ ਆਲਰੇਡੀ ਕਮਿਟਡ ਹੈ 20 ਤੋਂ 25 ਆਕਸੀਜਨ ਕੰਸਨਟ੍ਰੇਟਰ ਵੀ ਅਸੀਂ ਹੁਣ ਪ੍ਰੋਵਾਈਡ ਕਰ ਰਹੇ ਹਾਂ। PF ਹੈ ਕਿਉਂਕਿ ਇਹਦਾ ਨਾਮ ਹੈ ਪੁਲਿਸ ਪਬਲਿਕ ਫਾਊਂਡੇਸ਼ਨ। ਇਹ ਸਿਰਫ ਲੁਧਿਆਣੇ ਤੱਕ ਹੀ ਸੀਮਿਤ ਹੈ ਜਾਂ ਬਾਹਰ ਵੀ ਹੈ? ਲਿਮਿਟ ਕੋਈ ਨਹੀਂ। ਜਲੰਧਰ, ਅੰਮ੍ਰਿਤਸਰ ਦੀ ਕਿਹੜੀ ਗੱਲ ਹੈ ਜੀ, ਇਸ ਤਾਂ ਕਈ ਸਟੇਟਾਂ 'ਚ ਵੀ ਕੰਮ ਕਰ ਸਕਦੇ ਹਾਂ। ਸਾਨੂੰ ਲੋੜ ਪਏਗੀ, ਅਸਾਮ ਲੋੜ ਹੈ, ਕਿਤੇ ਕੇਰਲਾ ਲੋੜ ਹੈ, ਅਸੀਂ ਉੱਥੇ ਵੀ ਸਪੋਰਟ ਸਿਸਟਮ ਆਪਣਾ ਭੇਜਾਂਗੇ, ਹੈਲਪ ਕਰਾਂਗੇ। ਸਰ ਮੈਨੂੰ ਜਿੱਥੇ ਤੱਕ ਯਾਦ ਹੈ ਤੁਸੀਂ ਇੱਕ ਵਾਰੀ ਪ੍ਰੈਜ਼ੀਡੈਂਟ ਆਫ ਇੰਡੀਆ ਨਾਲ ਵੀ ਬਾਹਰ ਗਏ ਹੋ ਡੈਲੀਗੇਸ਼ਨ 'ਚ, ਸ਼ਾਇਦ 1 ਜਾਂ 2 ਵਾਰੀ ਗਏ ਹੋ। ਤਾਂ ਉਹ ਕੀ ਸੀਗਾ? ਉਹ ਉਦੋਂ ਵੀ ਕੀ ਇੱਦਾਂ ਦਾ ਹੀ ਕੋਈ ਪਲੇਟਫਾਰਮ ਸੀ? ਡੈਫੀਨੇਟਲੀ ਜੀ, ਬਿਜ਼ਨਸ ਐਕਸਚੇਂਜ ਸੀਗਾ। ਜਿੱਦਾਂ ਮੈਂ ਫਾਰਮਾ ਜਾਂ ਕਾਸਮੈਟਿਕਸ ਨੂੰ ਡੀਲ ਕਰਦਾ ਅਤੇ ਉੱਥੇ ਦੀ ਇੰਡਸਟਰੀ ਨੂੰ ਸਮਝਣਾ, ਕੁਛ ਉੱਥੋਂ ਇੰਪਲੀਮੈਂਟ ਆਪਣੀ ਇੰਡਸਟਰੀ 'ਚ ਕਰਨਾ ਜਾਂ ਉਹਨਾਂ ਨੇ ਸਾਡੇ ਤੋਂ ਕੁਛ ਲੈਣਾ, ਉਹਦੇ ਬਾਰੇ ਇਟ ਵਾਜ਼ ਅ ਇੰਟਰੈਕਸ਼ਨ, ਸਕੋਪ ਆਫ ਬਿਜ਼ਨਸ। ਐਗਜ਼ੈਕਟਲੀ, ਬਿਲਕੁਲ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा तो अज का जिहड़ा साडा मामला है वो है मुद्दा है कोविड। जी हाँ, कोविड के नाल बहुत सारे पेशेंट्स की जान जा रही है, बहुत हालात जिहड़े है हैल्थ एमरजेंसी लगी हुई है देश के विच। पंजाब दे विच गल करिए लुधियाना शहर के विच भी वही हालात है। आए दिन जिहड़े करोना के केस बहुत वधदे जा रहे तो लोगों को एक शिकायत है कि शायद हॉस्पिटलों च बैड मिलेगा नहीं मिलेगा। ये बहुत सारिया चीज़ों देखते हुए जिथे सरकार अपना रोल अदा कर रही है उत्थे ही जिहड़े लुधियाना शहर के पंजाबी है इंडस्ट्रीलिस्ट है वो भी अपना योगदान पाने च पिछे नहीं हट रहे। सो यही एक माहौल उदों देखने को मिला जदों लुधियाना शहर के कुछ इंडस्ट्रीलिस्टां ने जिहड़े कि सूझवान है, ऑलरेडी समाज सेवी है और बहुत सारे डिफरेंट पैनल से ऑलरेडी अपनी सेवा कर चुके लंबे समय तो, उन्होंने अगे आके PPF, जी हाँ, पंजाब पुलिस पब्लिक फाउंडेशन, PPF पुलिस पब्लिक फाउंडेशन दे विच एक नवा उपक्रम की, एक नवी पहल की है कि CMC हॉस्पिटल दे विच 50 बैड्स का एक कोविड सेंटर शुरुआत करन जा रहा है और उस ते खर्चा जान वाला सारा पैसा, मैक्सिमम पैसा जिहड़ा हैगा ये इंडस्ट्रीलिस्ट PPF फाउंडेशन के अंडर खर्चा जाएगा। सो ये सारे दे लई असीं पहुंचे अज नीरज तीजा जी कोल।
ਜਿੱਥੇ ਕਿ ਇਹ ਇੱਕ ਆਪਣਾ ਹੌਲਮਾਰਕ ਫਾਰਮਾਸਿਊਟੀਕਲ ਕੰਪਨੀ ਦੇ ਚੇਅਰਮੈਨ ਹੈਗੇ ਹੈ, MD ਹੈਗੇ ਹੈ, ਪਲੱਸ ਉਹਦੇ ਨਾਲ ਇੱਕ ਬਹੁਤ ਅੱਛੇ ਸੋਸ਼ਲ ਵਰਕਰ ਵੀ ਹੈ। ਆਲਰੇਡੀ ਅਸੀਂ ਇਹਨਾਂ ਨੂੰ ਤੁਸੀਂ CII ਤੋਂ ਲੈ ਕੇ ਹੋਰ ਬੜੇ ਸਾਰੇ ਪਲੇਟਫਾਰਮਸ 'ਤੇ ਸੋਸ਼ਲ ਵਰਕਿੰਗ 'ਚ ਦੇਖ ਰਿਹਾ ਹੋਊਗਾ। ਸੋ ਅੱਜ ਇੱਕ ਵਾਰੀ ਅਸੀਂ ਇਹਨਾਂ ਨੂੰ ਫੇਰ ਮਿਲਣ ਆਏ ਹਾਂ, ਪਰ ਅੱਜ ਦਾ ਜਿਹੜਾ ਮਾਮਲਾ ਹੈ ਉਹ ਹੈ ਪੁਲਿਸ ਪਬਲਿਕ ਫਾਊਂਡੇਸ਼ਨ। ਸੋ ਇਹਨਾਂ ਨੂੰ ਪੁੱਛਦੇ ਹਾਂ ਕੀ ਹੈ ਪੁਲਿਸ ਪਬਲਿਕ ਫਾਊਂਡੇਸ਼ਨ, ਕਿੱਦਾਂ ਇਹਦੀ ਫਾਊਂਡੇਸ਼ਨ ਹੋਈ ਔਰ ਕੀ ਅੱਜ ਦੇ ਟਾਈਮ 'ਚ ਕੰਮ ਕਰਨਗੇ। ਨਮਸਕਾਰ ਸਰ। ਨਮਸਕਾਰ ਸੰਦੀਪ ਜੀ, ਕੀ ਹਾਲ ਚਾਲ ਹੈ ਜੀ? ਪੁਲਿਸ ਪਬਲਿਕ ਫਾਊਂਡੇਸ਼ਨ ਇਹ ਕੀ ਹੈ? ਪੁਲਿਸ ਪਬਲਿਕ ਫਾਊਂਡੇਸ਼ਨ ਇੱਕ ਸੋਚ ਹੈ ਜਿਹੜੀ ਕਿ ਢੋਕੇ ਸਾਹਿਬ ਦੀ ਸੋਚ ਸੀਗੀ, ਜਿਹੜੇ ਕਮਿਸ਼ਨਰ ਪੁਲਿਸ ਲੁਧਿਆਣਾ ਸੀਗੇ ਜੀ ਕਰੀਬਨ 3 ਸਾਲ ਪਹਿਲੇ, ਜੀ ਤੇ ਹੁਣ ਉਹ DGP ADGP ਲਾਅ ਐਂਡ ਆਰਡਰ ਹੈਗੇ ਆ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਵੀ ਹੈਗੇ ਆ ਜੀ। ਤੇ ਉਹਨਾਂ ਦੀ ਸੋਚ ਸੀ, ਉਹਨਾਂ ਨੇ, ਮੈਂ ਉਸ ਟਾਈਮ ਲੁਧਿਆਣਾ ਜ਼ਿਲ੍ਹੇ ਦਾ ਚੇਅਰਮੈਨ ਸੀ CII ਦਾ, ਕਨਫੈਡਰੇਸ਼ਨ ਇੰਡੀਅਨ ਇੰਡਸਟਰੀ ਦਾ। ਉਹਨਾਂ ਨੇ ਉਦੋਂ ਮੀਟਿੰਗ ਰੱਖੀ, ਉਹਨਾਂ ਨੇ ਕਿਹਾ ਕਿ ਆਪਾਂ ਕੁਝ ਇੱਦਾਂ ਦਾ ਕਰੀਏ ਜਿਹੜਾ ਕਿ ਸੁਸਾਇਟੀ ਦੇ ਨਾਲ ਜੁੜ ਕੇ ਨੀਡੀਜ਼ ਦੀ ਹੈਲਪ ਕਰ ਸਕੀਏ। ਸੋ ਪੁਲਿਸ ਪਬਲਿਕ ਫਾਊਂਡੇਸ਼ਨ ਦੇ ਅੰਦਰ ਅਸੀਂ 2-3 ਸਾਲ ਪਹਿਲੇ ਤੋਂ ਕੰਮ ਕਰ ਰਹੇ ਹਾਂ। ਪਹਿਲੇ ਅਸੀਂ ਪੁਲਿਸ ਲਾਈਨ ਦੇ ਅੰਦਰ ਕਾਫੀ ਕੰਮ ਕੀਤਾ ਹੈ, ਐਜੂਕੇਸ਼ਨ ਦੇ ਸੈਕਟਰ 'ਚ ਬਹੁਤ ਕੰਮ ਕੀਤਾ ਹੈ, ਬਟ ਹੁਣ ਤਾਂ ਨੀਡ ਆਫ ਦਾ ਆਵਰ ਹੈ ਜੀ। ਜਿੰਨੀ ਜ਼ਿਆਦਾ ਪੈਂਡੈਮਿਕ ਚੱਲ ਰਿਹਾ ਹੈ, ਸ਼ਾਰਟੇਜ ਆਫ ਬੈਡਸ, ਮੈਡੀਸਨਸ, ਹਰ ਚੀਜ਼ ਦੀ ਘਾਟ ਹੈ। ਬੜੇ ਤੋਂ ਬੜੇ ਬੰਦੇ ਨੂੰ ਘਾਟ ਹੋਈ ਹੋਈ ਜੀ, ਆਮ ਬੰਦੇ ਦਾ ਕੀ ਹਾਲ ਹੁੰਦਾ ਹੋਊਗਾ? ਗਰੀਬ ਬੰਦੇ ਨੂੰ ਸੋਚੋ ਕੀ ਫੈਸਿਲਿਟੀਜ਼ ਮਿਲਦੀਆਂ ਹੋਣਗੀਆਂ, ਜਦੋਂ ਕਿ ਰਿਸੋਰਸਫੁਲ ਬੰਦੇ ਨੂੰ ਵੀ ਬੈੱਡ ਨਹੀਂ ਮਿਲ ਪਾਉਂਦਾ, ਦਵਾਈਆਂ ਨਹੀਂ ਮਿਲ ਪਾਉਂਦੀਆਂ। ਤਾਂ ਇਹ ਸੋਚ ਲੈਂਦੇ ਹੋਏ ਅਸੀਂ ਇਸ ਫਾਊਂਡੇਸ਼ਨ ਦੇ ਅੰਦਰ, ਜਿਹਦਾ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਪਾਇੰਟ ਹੋਇਆ ਰੀਸੈਂਟਲੀ, ਉਹਦੇ ਵਿੱਚ ਅਸੀਂ ਇਹ ਸੋਚਿਆ ਜਾਏ ਕਿ ਹਸਪੀਟਲ ਕੋਈ ਅਡਾਪਟ ਕੀਤਾ ਜਾਏ ਜਿਹਦੇ ਅੰਦਰ ਆਪਾਂ ਇਹ ਕੰਮ ਕਰ ਸਕੀਏ। ਸੋ me along with my other team members, we had a discussion with CMC, ਤੇ CMC ਦੇ ਵਿੱਚ ਅਸੀਂ ਹੁਣੇ 50 ਬੈੱਡ ਦਾ ਇੱਕ ਵਾਰਡ ਤਿਆਰ ਕਰਨ ਜਾ ਰਹੇ ਹਾਂ, ਜਿਹੜਾ ਕਿ ਆਲਮੋਸਟ 7 ਦਿਨਾਂ ਦੇ ਅੰਦਰ ਆਪਰੇਸ਼ਨਲ, 7 ਤੋਂ 10 ਦਿਨਾਂ ਦੇ ਵਿੱਚ ਆਪਰੇਸ਼ਨਲ ਹੋ ਜਾਏਗਾ। ਤੇ ਇਹਦੇ ਵਿੱਚ ਖਾਸੀਅਤ ਇਹ ਹੈ ਕਿ 20% ਜਿਹੜੇ ਬੈੱਡਸ ਹੈ ਉਹ ਅਸੀਂ ਪੂਅਰ ਸੈਕਸ਼ਨ ਦੇ ਲਈ ਰੱਖੇ ਗਏ ਹੈ ਕਿ ਉਹਨਾਂ ਤੋਂ ਪੈਸਾ ਸਿਰਫ ਕੰਜ਼ਿਊਮੇਬਲ ਤੇ ਦਵਾਈਆਂ ਦਾ ਹੀ ਲਿੱਤਾ ਜਾਵੇ, ਹੋਰ ਕੋਈ ਪੈਸਾ ਨਾ ਲਿੱਤਾ ਜਾਵੇ, ਜਿਹੜੇ ਕਿ 20% ਬੈੱਡ ਹੈ। ਸੋ 50 ਚੋਂ 10 ਬੈੱਡ ਤਾਂ ਉਹ ਕੈਟੇਗਰੀ ਦੇ ਰੱਖੇ ਗਏ ਹੈ ਜਿਹੜੇ ਕਿ ਫ੍ਰੀ ਹੋਣਗੇ, ਸਿਰਫ ਦਵਾਈਆਂ ਤੇ ਕੰਜ਼ਿਊਮੇਬਲ ਜਿਹੜੇ ਯੂਜ਼ ਗਏ ਉਹਨਾਂ ਦਾ ਪੈਸਾ ਲਿੱਤਾ ਜਾਊ, ਹੋਰ ਕੋਈ ਪੈਸਾ ਡਾਕਟਰ ਵਿਜ਼ਿਟ ਇਹ ਉਹ ਬੈੱਡ ਲੈਟਰਮ ਬਟਰਮ ਕੋਈ ਪੈਸਾ ਨਹੀਂ ਲਿੱਤਾ ਜਾਊਗਾ। ਜਿਹੜੇ ਬਾਕੀ 40 ਹੈ ਉਹਨਾਂ ਤੇ ਵੀ ਅਸੀਂ ਡਿਸਕਾਊਂਟ ਦੀ CMC ਨੂੰ ਮੰਗ ਰੱਖੀ ਹੈ ਕਿ ਉਹਦੇ ਡਿਸਕਾਊਂਟਡ ਬੈੱਡਸ ਹੋਣ, ਕਿ ਆਮ ਜਿਹੜੇ ਹਸਪੀਟਲਾਂ ਦੇ ਰੇਟ ਹੈ ਉਹਨਾਂ ਨਾਲੋਂ ਸਬਸਿਡਾਈਜ਼ ਰੇਟ ਹੋਣ, ਤਾਂ ਕਿ ਅਫੋਰਡੇਬਲ ਬੇਸਿਕਲੀ ਵਾਰਡ ਹੋਊਗਾ। ਵਾਰਡ ਦਾ ਨਾਮ PPF ਪੁਲਿਸ ਪਬਲਿਕ ਫਾਊਂਡੇਸ਼ਨ ਵਾਰਡ ਰੱਖਿਆ ਜਾਊਗਾ ਜੀ। ਸਰ ਮੈਂ ਇਹਦੇ ਵਿੱਚ ਪੁੱਛਣਾ ਚਾਹਾਂਗਾ, ਜਿਵੇਂ ਪੁਲਿਸ ਪਬਲਿਕ ਫਾਊਂਡੇਸ਼ਨ, ਕੀ ਇਹਦੇ ਵਿੱਚ ਪੁਲਿਸ ਵੱਲੋਂ ਵੀ ਕੁਝ ਕੰਟਰੀਬਿਊਸ਼ਨ ਹੋਏਗੀ, ਜਾਂ ਜਿਵੇਂ ਇਹਦੇ ਰੇਟਸ ਜਿਹੜੇ ਆ ਉਹ CMC ਡਿਸਾਈਡ ਕਰੇਗਾ ਜਾਂ ਤੁਹਾਡੀ ਕਮੇਟੀ ਡਿਸਾਈਡ ਕਰੇਗੀ? ਜਿਹੜੇ ਵੀ ਹੈ, ਜਿਵੇਂ ਤੁਸੀਂ ਖੁਦ ਹੀ ਦੱਸਿਆ ਕਿ ਸਬਸਿਡਾਈਜ਼ ਰੇਟ ਤੇ ਇਟਸ ਸੇਵਾ, ਨਾਟ ਇਟਸ ਮਤਲਬ ਮੈਡੀਕਲ ਕੋਈ ਪ੍ਰੋਫੈਸ਼ਨ ਨਹੀਂ ਹੈ। ਦੇਖੋ ਜੀ, CMC ਜਿਹੜਾ ਇੰਸਟੀਚਿਊਟ ਹੈ ਉਹ 126 ਸਾਲ ਪੁਰਾਣਾ ਇੰਸਟੀਚਿਊਟ ਹੈ, ਤੇ ਇਹਦੀ ਟੋਟਲ ਕੈਪੈਸਿਟੀ ਬੈੱਡਸ ਦੀ ਕਰੀਬਨ 800 ਬੈੱਡ ਦੇ ਇਹ ਹਸਪੀਟਲ ਹੈ, ਮੈਡੀਕਲ ਕਾਲਜ ਵੀ ਵਿੱਚ ਹੈ। ਐਂਡ ਇਟ ਇਜ਼ ਬੇਸਿਕਲੀ ਜਿਹੜਾ ਇਹਨਾਂ ਦੀ ਐਸੋਸੀਏਸ਼ਨ ਕਈ ਬਾਹਰਲੀ ਕੰਟਰੀਜ਼ ਨਾਲ ਵੀ ਹੈ। ਇਟ ਇਜ਼ ਬਿਨ ਫੰਡਡ ਬਾਈ ਵੇਰੀਅਸ ਅਦਰ NGOs ਆਲਸੋ। ਸੋ ਇਹਨਾਂ ਦਾ ਜਿਹੜਾ ਮੋਟਿਵ ਹੈ ਨਾ, ਉਹ ਚੈਰਿਟੀ ਵਾਲੇ ਪਾਸੇ ਕਾਫੀ ਜ਼ਿਆਦਾ ਹੈਗਾ। ਸੋ ਅਸੀਂ ਇਹੀ ਆਇਡੈਂਟੀਫਾਈ ਕੀਤਾ ਕਿ ਇਹ ਚੈਰਿਟੀ ਵਾਲੇ ਪਾਸੇ ਹਸਪੀਟਲ ਹੈਗਾ ਹੈ, ਗਰੀਬਾਂ ਦੇ ਭਲਾ ਸੋਚਦਾ ਹੈ, ਤੇ ਇਹਨਾਂ ਨਾਲ ਅਸੀਂ ਗੱਲ ਵੀ ਇਹੀ ਕੀਤੀ ਹੈ। ਨੈਚੁਰਲੀ ਜਿਹੜੇ ਰੇਟਸ ਕੋਵਿਡ ਦੇ ਹੈਗੇ ਸਰਕਾਰ ਨੇ ਸੈੱਟ ਕੀਤੇ ਹੋਏ ਹੈ, ਬਟ ਅਸੀਂ ਜਿਹੜੇ 10 ਬੈੱਡ ਬਾਰੇ ਮੈਂ ਦੱਸ ਚੁੱਕਾ ਹਾਂ ਕਿ ਉਹ ਸਬਸਿਡਾਈਜ਼ ਕਿ ਉਹ ਮੁਫਤੀ ਹੋਣਗੇ, ਸਿਰਫ ਦਵਾਈਆਂ ਤੇ ਕੰਜ਼ਿਊਮੇਬਲ ਦੇ ਲੱਗਣਗੇ, ਬਾਕੀਆਂ 'ਚ ਵੀ ਬਾਕੀਆਂ ਨਾਲੋਂ ਸਸਤਾ ਔਰ ਅਫੋਰਡੇਬਲ ਰੱਖਿਆ ਜਾਊਗਾ। ਔਰ ਇਹਦੇ ਵਿੱਚ CMC ਕੋਈ ਮੁਨਾਫਾ ਨਹੀਂ ਕਮਾਉਣ ਦੀ ਸੋਚ ਰਿਹਾ ਇਹ ਵਾਲੇ ਵਾਰਡ ਦੇ ਅੰਦਰ, ਬਿਕੋਜ਼ ਸਾਰੀ ਇਨਵੈਸਟਮੈਂਟ ਜਿਹੜੀ ਇਸ ਵਾਰਡ ਦੀ ਕੀਤੀ ਜਾ ਰਹੀ ਹੈ ਉਹ PPF ਸ਼ਹਿਰ ਦੇ ਇੰਡਸਟਰੀਲਿਸਟ ਉਹ ਇਹਦੇ 'ਚ ਕੰਟਰੀਬਿਊਟ ਕਰਕੇ ਅਸੀਂ ਇਹ ਤਿਆਰ ਕਰਾ ਕੇ ਦੇ ਰਹੇ ਹਾਂ। ਜਗ੍ਹਾ ਉਹਨਾਂ ਨੇ ਦੇ ਦਿੱਤੀ ਹੈ, ਇਹਨਾਂ ਕੋਲ ਜਗ੍ਹਾ ਸੀ ਜਿਹੜੀ ਅਨਯੂਟਿਲਾਈਜ਼ ਪਈ ਸੀਗੀ, ਉਹ ਜਗ੍ਹਾ ਇਹਨਾਂ ਨੇ ਸਾਨੂੰ ਦੇ ਦਿੱਤੀ। ਅਸੀਂ ਉੱਥੇ ਵਾਰਡ ਤਿਆਰ ਕਰਾ ਰਹੇ ਹਾਂ ਜਿਹੜਾ ਹਫ਼ਤੇ 10 ਦਿਨ 'ਚ ਤਿਆਰ ਹੋ ਜਾਊਗਾ, ਐਂਡ ਆਪਾਂ ਸੇਵਾ ਕਰ ਪਾਵਾਂਗੇ ਲੁਧਿਆਣਾ ਵਾਸੀਆਂ ਦੀ। ਇਹੀ ਪੁੱਛਣਾ ਚਾਹ ਰਿਹਾ ਕਿ ਇਹਦੇ ਵਿੱਚ ਜਿਹੜੀ ਮੈਨੇਜਮੈਂਟ ਤੁਹਾਡੀ ਹੋਏਗੀ PPF ਦੀ ਹੋਏਗੀ ਜਾਂ CMC ਦੀ ਹੋਏਗੀ? ਦੂਸਰਾ ਇਹ ਕੁਐਸਚਨ ਹੈ ਕਿ PPF 'ਚ ਜਿਵੇਂ ਤੁਸੀਂ ਆਪਣੇ ਆਪ ਨੂੰ ਦੱਸਿਆ, ਤੁਹਾਡੇ ਨਾਲ ਹੋਰ ਕੌਣ-ਕੌਣ ਹੈ? ਬਿਲਕੁਲ ਠੀਕ ਹੈ, 2 ਸਵਾਲ ਹੈ ਜੀ, ਦੋਨਾਂ ਦਾ ਵਾਰੀ-ਵਾਰੀ ਜਵਾਬ ਦੇਣਾ। ਜਿਹੜਾ CMC ਦੀ ਮੈਨੇਜਮੈਂਟ ਜਿਹੜੀ ਉਹ ਮੈਨੇਜਮੈਂਟ CMC ਦੀ ਰਹੇਗੀ ਜੀ, ਡਾਕਟਰ CMC ਦੇ ਰਹਿਣਗੇ। ਕ੍ਰਿਟੀਕਲ ਕੇਅਰ ਸਾਰਾ ਦੇਖੋ ਬਾਹਰਲੇ ਬੰਦੇ ਲਈ ਮੈਨੇਜ ਕਰਨਾ ਆਸਾਨ ਨਹੀਂ ਹੁੰਦਾ, ਬਟ ਇਹਦੇ 'ਚ ਅਸੀਂ ਇੱਕ MOU ਸਾਈਨ ਕੀਤਾ ਹੈ ਕੱਲ੍ਹ
ਇਨ ਦਾ ਪ੍ਰੈਜ਼ੈਂਸ ਆਫ ਆਪਣੇ ਕਮਿਸ਼ਨਰ ਸਾਹਿਬ, ਪੁਲਿਸ ਕਮਿਸ਼ਨਰ ਸਾਹਿਬ ਰਾਕੇਸ਼ ਅਗਰਵਾਲ ਜੀ ਦੇ ਆਫਿਸ 'ਚ ਹੀ। ਉਹ MOU ਦੇ ਅੰਦਰ ਸਾਰੀ ਕੰਡੀਸ਼ਨਸ ਲੇਡ ਹੈ, ਉਹ ਸਾਈਨ ਹੋ ਗਿਆ। ਡਾਇਰੈਕਟਰ ਵਿਲੀਅਮ ਭੱਟੀ ਜੀ ਨੇ ਸਾਈਨ ਕਰਤਾ, ਇਧਰੋਂ PPF ਨੇ ਸਾਈਨ ਕਰਤਾ ਜੀ, ਤੇ ਉਧਰੋਂ CP ਸਾਹਿਬ ਵੀ ਸਾਡੇ, ਇਹ ਜਿਹੜੀ PPF ਹੈ ਡੋਕੇ ਸਾਹਿਬ ਇਹਦੇ ਚੇਅਰਮੈਨ ਹੈ, ਤੇ ਜਿਹੜੇ ਕਮਿਸ਼ਨਰ ਸਾਹਿਬ ਹੈ, ਪੁਲਿਸ ਕਮਿਸ਼ਨਰ ਸਾਹਿਬ ਮਾਨਯੋਗ ਰਾਕੇਸ਼ ਅਗਰਵਾਲ ਜੀ, ਉਹ ਸਾਡੇ ਚੇਅਰਮੈਨ ਹੈ, ਤੇ ਮੈਂ ਇਸ ਬਾਡੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਂ ਜੀ। ਸਾਡੇ ਹੋਰ ਮੈਂਬਰਸ ਵੀ ਹੈਗੇ ਇਹਦੇ ਅੰਦਰ, ਵਾਈਸ ਪ੍ਰੈਜ਼ੀਡੈਂਟ ਹੈਗੇ ਹੈ, ਭੋਗਲ ਸਾਹਿਬ ਹੈਗੇ ਹੈ ਜੀ, SC ਰੱਲਨ ਜੀ हैं जी, राहुल आहूजा जी हैं, मृदुला जैन जी हैं, राधिका जतवानी जी हैं, समीरा बैक्टर जी हैं। सो इदां साडे मैंबर्स हैगे हैं। ਸੋ ਕਿੰਨੇ ਕੁ ਮੈਂਬਰ ਹੈਗੇ ਆ ਇਹਨਾਂ ਦੇ ਵਿੱਚ ਆਪਣੇ ਟੋਟਲ? देखो जी ये लिमिटेड बॉडी है, ਇਹਦੇ ਅੰਦਰ ਵੀ ਵਿਲ ਹੈਵ ਮੋਰ ਮੈਂਬਰਸ ਐਸ ਸਪੈਸ਼ਲ ਇਨਵਾਈਟੀਜ਼। ਇਹ ਜਿਹੜੇ ਆਫਿਸ ਬੀਅਰਰਸ ਹੈ ਮੈਂ ਉਹਨਾਂ ਦੇ ਨਾਮ ਲੈ ਚੁੱਕਾ ਹੈ। ਠੀਕ ਹੈ। ਬਾਕੀ ਸਹਿਯੋਗ ਸਪੋਰਟ ਸਾਨੂੰ ਸਾਰਾ ਸ਼ਹਿਰ ਹੀ ਕਰਦਾ ਹੈ ਜੀ, ਬਿਕੋਜ਼ ਸਾਰੇ ਜਿਹੜੇ ਬੰਦੇ ਹੈ ਉਹ ਅੱਛੀ ਛਵੀ ਦੇ ਹੈ, ਸਾਰੇ ਬੰਦੇ ਸ਼ਹਿਰ ਨੂੰ ਹਰ ਇੱਕ ਨੂੰ ਜਾਣਦੇ ਹੈ, ਤੇ ਇਸ ਕਰਕੇ ਵੀ ਆਸ ਫॉर ਹੈਲਪ ਸਾਨੂੰ ਕੋਈ ਮਨਾ ਨਹੀਂ ਕਰਦਾ ਜੀ। ਸਰ ਇਹ ਲੈਵਲ 3 ਦਾ ਹਸਪੀਟਲ ਹੈ ਜਾਂ ਲੈਵਲ 2 ਹੈ? ਇਹ ਸਰ ਲੈਵਲ 2 ਦਾ ਬਣਾਇਆ ਗਿਆ ਵਾਰਡ। ਲੈਵਲ 1 ਐਂਡ 2 ਜ਼ਿਆਦਾਤਰ ਐਮਫੈਸਿਸ 2 ਤੇ ਰਹੇਗਾ, ਕਿਉਂਕਿ 1 ਵਾਲੇ ਤਾਂ ਜ਼ਿਆਦਾਤਰ ਘਰ ਹੀ ਟ੍ਰੀਟਮੈਂਟ ਲੈ ਲੈਂਦੇ ਹੈ। ਜ਼ਿਆਦਾ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿ 2 ਦਾ ਹੋਵੇ। ਇਹਦੇ ਵਿੱਚ ਗੱਲਾਂ ਚੱਲ ਰਹੀਆਂ ਕਿ ਆਕਸੀਜਨ ਦਾ ਪਲਾਂਟ ਵੀ, ਆਕਸੀਜਨ ਜਨਰੇਸ਼ਨ ਦਾ ਪਲਾਂਟ ਵੀ ਆਪਾਂ CMC ਨੂੰ ਦਈਏ, ਜਿਹੜਾ ਕਿ ਗੱਲਬਾਤ ਚੱਲ ਰਹੀ ਹੈ ਕਿਸ ਇੰਡਸਟਰੀਲਿਸਟ ਨਾਲ। ਔਰ ਉਹਦੇ ਬਾਅਦ ਅਸੀਂ ਇਹਨਾਂ ਨੂੰ ਆਲਰੇਡੀ ਕਮਿਟਡ ਹੈ 20 ਤੋਂ 25 ਆਕਸੀਜਨ ਕੰਸਨਟ੍ਰੇਟਰ ਵੀ ਅਸੀਂ ਹੁਣ ਪ੍ਰੋਵਾਈਡ ਕਰ ਰਹੇ ਹਾਂ। ਸਰ ਮੈਂ ਪੁੱਛਣਾ ਚਾਹਾਂਗਾ ਕਿ ਟੋਟਲ ਮਿਲਾ ਕੇ ਜਿਹੜਾ ਇੱਕ ਤੁਸੀਂ ਇਹ ਉਪਰਾਲਾ ਕੀਤਾ ਹੈ 50 ਕੁ ਬੈੱਡ ਦਾ ਜਿਹੜਾ ਇੱਕ ਸੈਂਟਰ ਬਣਾ ਰਹੇ ਹੋ, ਇਹ ਟੋਟਲ ਕਿੰਨਾ ਕੁ ਖਰਚਾ ਆ ਰਿਹਾ ਇਹਦੇ ਤੇ ਕੀ ਕਿੰਨਾ ਕੁ ਲੱਗ ਚੁੱਕਾ ਹੈ, ਕਿੱਦਾਂ ਦੀ ਬਾਕੀ ਦੀ ਪਲੈਨਿੰਗ ਹੈਗੀ ਹੈ? ਅਸੀਂ ਕਰੀਬਨ ਇਹਨਾਂ ਨੂੰ 30 ਲੱਖ ਰੁਪਏ ਦੀ ਪੇਮੈਂਟ, 30 ਲੱਖ ਦੀ ਪੇਮੈਂਟ ਕੱਲ ਚੈਕਸ ਦੀ ਜਿਹੜੀ ਕੰਟਰੀਬਿਊਸ਼ਨ ਅਸੀਂ ਇਕੱਠੀ ਕੀਤੀ ਸੀ, ਅਸੀਂ ਵਿਲੀਅਮ ਭੱਟੀ ਜੀ ਡਾਇਰੈਕਟਰ CMC ਨੂੰ ਦੇ ਚੁੱਕੇ ਹਾਂ। ਤੇ ਕਰੀਬਨ ਮੈਨੂੰ ਲੱਗਦਾ 30 ਤੋਂ 40 ਲੱਖ ਰੁਪਏ, 30 ਲੱਖ ਰੁਪਏ ਹੋਰ ਇਹਦੀ ਰਿਕੁਆਇਰਮੈਂਟ ਆਏਗੀ, ਉਹ ਅਸੀਂ ਹੋਰ ਇਹਨਾਂ ਨੂੰ ਇਨ ਵੈਰੀ ਸ਼ਾਰਟ ਟਾਈਮ ਹੈਂਡਓਵਰ ਕਰ ਦਾਂਗੇ ਜੀ। ਤੇ ਸਰ ਨਾਰਮਲੀ ਹਮੇਸ਼ਾ ਅਸੀਂ ਦੇਖਿਆ ਕਿ ਤੁਸੀਂ ਕਿਸੇ ਵੀ ਪ੍ਰੋਜੈਕਟ ਨੂੰ ਫੜਿਆ, ਲੋਕੀ ਫੜਦੇ ਹੈ ਉਹਨੂੰ, ਉਸ ਤੋਂ ਬਾਅਦ ਉਹਦਾ ਪਤਾ ਨਹੀਂ ਲੱਗਦਾ ਪ੍ਰੋਜੈਕਟ। ਪਰ ਤੁਸੀਂ ਜਿੰਨੇ ਵੀ ਅਜੇ ਤੱਕ ਅਸੀਂ ਦੇਖਿਆ, ਚਾਹੇ ਤੁਸੀਂ CII 'ਚ ਵੀ ਕਾਫੀ ਐਕਟਿਵ ਰਹੇ ਹੋ, ਕਾਫੀ ਪ੍ਰੋਜੈਕਟ ਸ਼ੁਰੂ ਕੀਤੇ, ਪਿੱਛੇ ਅਸੀਂ ਤੁਹਾਨੂੰ ਦੇਖਿਆ ਕਿ ਡਰਾਈਵ ਦੇ ਵਿੱਚ ਤੁਸੀਂ ਇਨਕਮ ਟੈਕਸ ਨਾਲ ਵੀ ਜੁੜੇ ਰਹੇ, ਬਹੁਤ ਸਾਰੇ ਪ੍ਰੋਜੈਕਟ ਤੁਸੀਂ ਸਟਾਰਟ ਵੀ ਕੀਤੇ ਤੇ ਉਨੇ ਹੀ ਚੰਗੇ ਤਰੀਕੇ ਨਾਲ ਉਹਨਾਂ ਨੂੰ ਪੂਰਾ ਲਾਸਟ ਫਿਨਿਸ਼ ਪੁਆਇੰਟ ਤੱਕ ਵੀ ਲੈ ਕੇ ਗਏ। ਇਹਦੇ ਵਿੱਚ ਹੁਣ ਅੱਗੇ ਲਈ ਕੀ ਸਟ੍ਰੈਟਜੀ ਹੈਗੀ ਹੈ? ਦੇਖੋ ਜੀ, ਪਹਿਲੇ ਕੁਝ ਸਮੇਂ ਪਹਿਲੇ ਜਿਹੜੀ ਫਸਟ ਵੇਵ ਜਿਹਨੂੰ ਆਪਾਂ ਕਹਿੰਦੇ ਆ, ਉਹ ਆਈ ਸੀ। ਆਪਾਂ ਬਹੁਤ ਕਲੋਜ਼ਲੀ, ਵੈਰੀ ਨੋਬਲ ਪਰਸਨ, ਬਹੁਤ ਹੀ ਜੈਂਟਲ ਛਵੀ ਦੇ ਇਨਸਾਨ, ਔਰ ਜਿਨ੍ਹਾਂ ਨੂੰ ਮੈਂ ਆਪਣਾ ਆਈਡੀਅਲ ਸਮਝਦਾ, ਡਾਕਟਰ ਮਿਸਟਰ ਝਾ ਸਾਹਿਬ ਜਿਹੜੇ ਚੀਫ ਕਮਿਸ਼ਨਰ ਸੀ ਆਪਣੇ ਲੁਧਿਆਣੇ, ਉਹਨਾਂ ਦੇ ਨਾਲ ਮਿਲ ਕੇ ਅਸੀਂ ਬਹੁਤ ਕਰੋਨਾ ਵਾਰੀਅਰਸ ਲਈ ਬਹੁਤ ਅਸੀਂ ਆਪਸ ਮਿਲ ਕੇ ਕੰਮ ਕੀਤਾ ਹੈ, ਕਿਉਂਕਿ ਝਾ ਸਾਹਿਬ ਦੀ ਗਾਈਡੈਂਸ ਰਹਿੰਦੀ ਸੀਗੀ ਕਿ ਇਹ ਕਰ ਲਓ, ਇਹ ਕਰ ਲਓ, ਤਾਂ ਅਸੀਂ ਨਾਲ ਲੱਗ ਕੇ ਕਾਫੀ ਕੰਮ ਕੀਤਾ। ਫੂਡ ਸਪਲਾਈ ਦਾ ਹੋ ਗਿਆ, PP ਕਿਟਸ ਪਹੁੰਚਾਉਣ ਦਾ ਹੋ ਗਿਆ, ਦਵਾਈਆਂ ਪਹੁੰਚਾਉਣ ਦਾ ਕੰਮ ਹੋ ਗਿਆ, ਜੋ ਮਿਲ ਕੇ ਕੰਮ ਹੁੰਦਾ ਰਿਹਾ ਸੀ ਉਦੋਂ ਇਨਕਮ ਟੈਕਸ ਡਿਪਾਰਟਮੈਂਟ ਨਾਲ ਕਰਦੇ ਰਹੇ ਹਾਂ। ਬਾਕੀ ਜਿਹੜਾ ਹੁਣ ਹੈਗਾ ਇਹ ਕੰਮ, ਇਹਦੇ ਬਾਅਦ ਜਦੋਂ ਇੱਕ ਵਾਰੀ CMC ਦਾ ਕੋਵਿਡ ਦਾ ਕੰਮ ਰੁਕ ਜਾਏਗਾ, ਈਜ਼ੀ ਹੋ ਜਾਏਗਾ ਥੋੜ੍ਹਾ, ਇਹ ਆਪਣਾ ਕਰੋਨਾ ਦਾ ਜਿਹੜਾ ਵੇਵ ਹੈ, ਫਿਰ ਅਸੀਂ ਐਜੂਕੇਸ਼ਨ 'ਚ ਕੰਮ ਕਰਾਂਗੇ ਜੀ। ਐਜੂਕੇਸ਼ਨ ਇਜ਼ ਅ ਵੈਰੀ ਇੰਪੋਰਟੈਂਟ ਫੀਲਡ, ਇਹਦੇ ਬਾਅਦ ਐਜੂਕੇਸ਼ਨ ਵਾਲੇ ਪਾਸੇ ਜਾਵਾਂਗੇ ਜੀ। ਓਕੇ। ਸੋ PPF ਤੁਸੀਂ ਕਹਿ ਰਹੇ ਹੋ ਮੈਡੀਕਲ ਤੋਂ ਬਾਅਦ ਉਹਦਾ ਦਾਇਰਾ ਸਿਰਫ ਮੈਡੀਕਲ ਤੱਕ ਸੀਮਤ ਨਹੀਂ ਹੈ। PPF ਦੇ ਵਿੱਚ ਤੁਸੀਂ ਮਲਟੀਪਲ ਜਿਹੜੀ ਹੈਗੀ ਹੈ ਵਿੰਗਸ ਖੋਲ ਸਕਦੇ ਹੋ, ਔਰ ਉਹਦੇ ਵਿੱਚ ਇੱਕ ਇੱਕ ਕਰਕੇ ਉਹਨੂੰ ਅਡਾਪਟ ਕਰ ਸਕਦੇ ਹੋ, ਕੰਮ ਕਰ ਸਕਦੇ ਹੋ। ਬਿਲਕੁਲ ਜੀ, ਸਾਡੇ ਕੋਲ ਹਰ ਤਰੀਕੇ ਦੇ ਮੈਂਬਰਸ ਹੈਗੇ, ਉਹਨਾਂ ਦੀ ਹਰ ਤਰੀਕੇ ਦੀ ਇੰਟੈਲੀਜੈਂਸ ਹੈ, ਹਰ ਅਲੱਗ-ਅਲੱਗ ਫੀਲਡ ਨੂੰ ਰਿਪਰੈਜ਼ੈਂਟ ਕਰਦੇ ਹੈ। ਤਾਂ ਹਰ ਇੱਕ ਦੀ ਅਸੀਂ ਇਨਪੁਟ ਔਰ ਹਰ ਇੱਕ ਦੀ ਬੈਨੀਫਿਟ ਲਵਾਂਗੇ, ਉਹਨਾਂ ਦੀ ਸੋਚ ਦਾ, ਉਹਨਾਂ ਦੀ ਨੌਲੇਜ ਦਾ, ਤੇ ਉਹਦੇ ਹਿਸਾਬ ਨਾਲ ਆਪਾਂ ਐਜੂਕੇਸ਼ਨ 'ਚ ਕੰਮ ਕਰ ਸਕਦੇ ਹਾਂ, ਆਪਾਂ ਹੈਲਥ ਕੇਅਰ 'ਚ ਕੰਮ ਕਰ ਸਕਦੇ ਹਾਂ, ਆਪਾਂ ਦੇਰ ਆਰ ਸੋ ਮੈਨੀ ਅਦਰ ਥਿੰਗਸ ਵੀ ਕੈਨ ਡੂ ਫॉर द ਬੈਟਰਮੈਂਟ ਆਫ ਸੋਸਾਇਟੀ। ਪੁੱਛਣਾ ਚਾਹਾਂਗਾ ਇਸ ਤੋਂ ਪਹਿਲਾਂ ਕਿਹੜੇ ਪ੍ਰੋਜੈਕਟ ਕਰ ਚੁੱਕੀ ਹੈ PPF? ਸਰ ਮੈਂ ਦੱਸਿਆ ਜਿੱਦਾਂ ਕਿ ਪੁਲਿਸ ਲਾਈਨ ਦੇ ਅੰਦਰ ਅਸੀਂ ਕੰਮ ਕਾਫੀ ਕੀਤਾ ਹੈ। ਅੱਛਾ ਜੀ। ਉਹਦੇ ਅੰਦਰ ਅਸੀਂ ਉਹਨਾਂ ਦੀ ਡਿਵੈਲਪਮੈਂਟ ਦਾ ਕੰਮ ਕੀਤਾ ਪੁਲਿਸ ਲਾਈਨ ਦੇ ਅੰਦਰ, ਜਦੋਂ ਡੋਕੇ ਸਾਹਿਬ ਇੱਥੇ ਸੀਗੇ। ਫਿਰ ਅਸੀਂ ਐਜੂਕੇਸ਼ਨ ਦੇ ਅੰਦਰ ਕੰਮ ਕਰ ਚੁੱਕੇ ਹਾਂ, ਕੁਝ ਸਕੂਲਸ ਨੂੰ ਅਪਲਿਫਟ ਕਰਾਉਣ ਦਾ ਕਰ ਚੁੱਕੇ ਹਾਂ। ਸਿਮਿਲਰਲੀ ਹੁਣ ਜਿਹੜਾ ਅਸੀਂ ਕਰਨ ਜਾ ਰਹੇ ਹਾਂ, ਜਿੱਦਾਂ ਹੀ ਇਹ ਖਤਮ ਹੁੰਦਾ ਹੈ, ਅਸੀਂ ਇੱਕ ਅੱਧਾ ਬਿਫੋਰ ਅਜੇ ਵੇਵ ਚੱਲ ਰਹੀ ਹੈ, CMC ਦੇ ਬਾਰੇ ਅਸੀਂ ਆਲਰੇਡੀ 1-2 ਜਗ੍ਹਾ ਗੱਲ ਕਰ ਰਹੇ ਹਾਂ। ਇੱਕ ਅੱਧਾ ਹੈਲਥ ਕੇਅਰ ਹੋਰ ਸੈਂਟਰ ਅਸੀਂ 20-25-30 ਬੈੱਡ ਦਾ ਅਡਾਪਟ ਕਰਨ ਦੀ ਪਲੈਨਿੰਗ 'ਚ ਹੈਗੇ ਹਾਂ ਕਿ ਉਹ ਵੀ ਅਸੀਂ ਟੇਕਅਪ ਕਰ ਲਈਏ। ਹੁਣ ਕੰਮ ਸ਼ੁਰੂ ਹੋਇਆ ਅਤੇ ਨਾਲ 1-2 ਜਗ੍ਹਾ ਹੋਰ ਵੀ ਆਪਾਂ ਆਪਣੀ ਸੇਵਾ ਨੂੰ ਐਕਸਟੈਂਡ ਕਰ ਸਕੀਏ। ਸਰ ਜਿਹੜਾ ਇਹ PPF ਹੈ, ਕਿਉਂਕਿ ਇਹਦਾ ਨਾਮ ਹੈ ਪੁਲਿਸ ਪਬਲਿਕ ਫਾਊਂਡੇਸ਼ਨ, ਇਹ ਸਿਰਫ ਲੁਧਿਆਣੇ ਤੱਕ ਹੀ ਸੀਮਿਤ ਹੈ ਜਾਂ ਬਾਹਰ ਵੀ ਹੈ? ਦੇਖੋ ਜੀ, ਇਟਸ ਅ ਬਾਡੀ, ਮੈਂਬਰਸ ਇਹਦੇ ਫਿਲਹਾਲ ਲੁਧਿਆਣੇ ਦੇ ਹੈ। ਸਾਡੇ ਚੇਅਰਪਰਸਨ ਸਾਹਿਬ ਚੰਡੀਗੜ੍ਹ ਪੋਸਟਡ ਹੈ, ਜਿੱਦਾਂ ਤੁਹਾਨੂੰ ਪਤਾ ਹੈ, ਅਤੇ ਸੀਮਿਤ ਤਾਂ ਹਰ ਜਗ੍ਹਾ ਹੀ ਹੈ ਜੀ। ਸਾਨੂੰ ਕੰਟਰੀਬਿਊਸ਼ਨ ਆਲ ਅਕਰੋਸ ਦਾ ਵਰਲਡ ਤੋਂ ਆਉਂਦੀ ਹੈ, ਜਿੱਦਾਂ ਹੁਣੇ ਵੀ ਸਾਨੂੰ ਆਸਟ੍ਰੇਲੀਆ ਤੋਂ
ਕਿਸੇ ਨੇ 50 ਆਕਸੀਜਨ ਕੰਸਨਟ੍ਰੇਟਰ ਦੀ ਕਮਿਟਮੈਂਟ ਕੀਤੀ ਹੈ, ਆਰਡਰ ਦਿੱਤਾ ਹੋਇਆ, ਮੇਰੇ ਖਿਆਲ ਹਫਤੇ 10 ਦਿਨ 'ਚ ਆ ਜਾਣੇ ਹੈ। ਸੋ ਸੀਮਿਤ ਕੋਈ ਨਹੀਂ ਜੀ, ਕੰਮ ਕਰਨ ਵਾਲੇ ਦੀ ਕੋਈ ਸੀਮਾ ਨਹੀਂ ਹੁੰਦੀ। ਸੋ ਤੁਸੀਂ ਇਹ ਕਹਿ ਰਹੇ ਹੋ ਕਿ ਕੱਲ ਨੂੰ ਇਹ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ, ਬਾਕੀ ਸ਼ਹਿਰਾਂ 'ਚ ਵੀ ਇਹਦੇ ਵਿੰਗਸ ਬੋਡੀਜ਼ ਫੈਲਦੀਆਂ ਜਾਣਗੀਆਂ। ਬਿਲਕੁਲ ਖੋਲੀ ਜਾ ਸਕਦੀਆਂ ਜੀ, ਅੱਗੇ ਐਕਸਟੈਂਡ ਕੀਤਾ ਜਾ ਸਕਦਾ ਹੈ, ਅੱਛੇ ਲੋਕ ਮਿਲ ਜਾਂਦੇ ਹੈ, ਕਾਫਲਾ ਵੱਡਾ ਹੋ ਜਾਂਦਾ ਹੈ, ਕੰਮ ਹੁੰਦਾ ਜਾਂਦਾ ਹੈ। ਸੋ ਲਿਮਿਟ ਕੋਈ ਨਹੀਂ, ਜਲੰਧਰ ਅੰਮ੍ਰਿਤਸਰ ਦੀ ਕਿਹੜੀ ਗੱਲ ਹੈ ਜੀ, ਇਸ ਤਾਂ ਕਈ ਸਟੇਟਾਂ 'ਚ ਵੀ ਕੰਮ ਕਰ ਸਕਦੇ ਹਾਂ। ਸਾਨੂੰ ਲੋੜ ਪਏਗੀ, ਅਸਾਮ ਲੋੜ ਹੈ, ਕਿਤੇ ਕੇਰਲਾ ਲੋੜ ਹੈ, ਅਸੀਂ ਉੱਥੇ ਵੀ ਸਪੋਰਟ ਸਿਸਟਮ ਆਪਣਾ ਭੇਜਾਂਗੇ, ਹੈਲਪ ਕਰਾਂਗੇ। ਬਟ ਇੱਕ ਵਾਰੀ ਪਹਿਲੇ ਆਪਾਂ ਆਪਣਾ ਸ਼ਹਿਰ, ਆਪਣਾ ਘਰ ਸਮੇਟ ਲਈਏ, ਕਿਉਂਕਿ ਇੱਥੇ ਇਸ ਟਾਈਮ ਪੈਂਡੈਮਿਕ ਹੈ ਤੇ ਅਸੀਂ ਫੋਕਸ ਸਿਸਟਮ ਸਿਰਫ ਲੁਧਿਆਣੇ ਰੱਖਿਆ ਹੋਇਆ ਜੀ। ਸਰ ਮੈਨੂੰ ਜਿੱਥੇ ਤੱਕ ਯਾਦ ਹੈ ਤੁਸੀਂ ਇੱਕ ਵਾਰੀ ਪ੍ਰੈਜ਼ੀਡੈਂਟ ਆਫ ਇੰਡੀਆ ਨਾਲ ਵੀ ਬਾਹਰ ਗਏ ਹੋ ਡੈਲੀਗੇਸ਼ਨ 'ਚ, ਸ਼ਾਇਦ 1 ਜਾਂ 2 ਵਾਰੀ ਗਏ ਹੋ। ਤੇ ਉਹ ਕੀ ਸੀਗਾ, ਉਹ ਉਦੋਂ ਵੀ ਕੀ ਇੱਦਾਂ ਦਾ ਹੀ ਕੋਈ ਪਲੇਟਫਾਰਮ ਸੀ? ਬਿਲਕੁਲ ਜੀ, ਤੁਸੀਂ ਠੀਕ ਯਾਦ ਹੈ ਤੁਹਾਨੂੰ। ਮੈਂ 2 ਵਾਰੀ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਸਾਹਿਬ ਨਾਲ ਬਾਹਰ ਜਾਣ ਦਾ ਮੈਨੂੰ ਮੌਕਾ ਮਿਲਿਆ। ਇੰਡਸਟਰੀਅਲ ਆਰਗੇਨਾਈਜੇਸ਼ਨ, ਇੰਡਸਟਰੀਅਲ 6 ਮੈਂਬਰੀ ਇੱਕ ਵਾਰੀ ਸੀਗੀ, ਇੱਕ ਵਾਰੀ 8 ਮੈਂਬਰੀ ਕਮੇਟੀ ਸੀਗੀ ਜਿਹੜੀ ਗਈ ਸੀਗੀ ਜੀ। ਇੱਕ ਵਾਰੀ ਅਸੀਂ ਗ੍ਰੀਸ ਗਏ ਸੀਗੇ, ਦੂਸਰੀ ਵਾਰੀ ਅਸੀਂ ਨੈਕਸਟ ਈਅਰ ਸਲੋਵੇਨੀਆ ਗਏ ਸੀ। ਦੋਨੋਂ ਯੂਰਪ 'ਚ ਹੈਗੇ ਹੈ। ਸੋ ਇਟ ਵਾਜ਼ ਅ 3 to 4 ਡੇ ਡੈਲੀਗੇਸ਼ਨ, 3 ਦਿਨਾਂ ਦੀ 4 ਦਿਨਾਂ ਦੀ, ਅਤੇ 6 ਤੋਂ 7 ਮੈਂਬਰਾਂ ਡੈਲੀਗੇਸ਼ਨ ਸੀਗੀ। ਐਂਡ ਬੜਾ ਅੱਛਾ ਉੱਥੇ ਜੀ ਇੰਟਰੈਕਸ਼ਨ ਹੋਈ ਉੱਥੇ ਦੇ ਵਪਾਰੀਆਂ ਨਾਲ। ਮਤਲਬ ਇੰਟਰੈਕਸ਼ਨ ਹੋਈ, ਕਿੱਦਾਂ ਉਹ ਵਪਾਰ ਕਰਦੇ ਹੈ, ਕੀ ਆਪਾਂ ਉੱਥੇ ਵਪਾਰ ਕਰ ਸਕਦੇ ਹਾਂ, ਕੀ ਉਹਨਾਂ ਤੋਂ ਮੰਗਾ ਸਕਦੇ ਹਾਂ। ਬਟ ਡਿਪਲੋਮੈਟਿਕ ਉੱਥੇ ਉਹਨਾਂ ਦੀ ਆਪਣੀ ਗੱਲਾਂ ਬਾਤਾਂ ਸਾਰੀਆਂ ਸਮਝੀਆਂ ਜੀ, ਬਹੁਤ ਅੱਛਾ ਸੀ। ਨਹੀਂ, ਉਹ ਬੇਸਿਕਲੀ ਮੁੱਦਾ ਕੀ ਸੀਗਾ ਉਸ ਚੀਜ਼ ਦਾ ਜਾਣ ਦਾ, ਡੈਲੀਗੇਸ਼ਨ ਜਾਣ ਦਾ? ਬਿਜ਼ਨਸ ਐਕਸਚੇਂਜ ਆਫ ਬਿਜ਼ਨਸ? ਡੈਫੀਨੇਟਲੀ ਜੀ, ਬਿਜ਼ਨਸ ਐਕਸਚੇਂਜ ਸੀਗਾ। ਜਿੱਦਾਂ ਮੈਂ ਫਾਰਮਾ ਜਾਂ ਕਾਸਮੈਟਿਕਸ ਨੂੰ ਡੀਲ ਕਰਦਾ ਅਤੇ ਉੱਥੇ ਦੀ ਇੰਡਸਟਰੀ ਨੂੰ ਸਮਝਣਾ, ਕੁਛ ਉੱਥੋਂ ਇੰਪਲੀਮੈਂਟ ਆਪਣੀ ਇੰਡਸਟਰੀ 'ਚ ਕਰਨਾ, ਜਾਂ ਉਹਨਾਂ ਨੇ ਸਾਡੇ ਤੋਂ ਕੁਛ ਲੈਣਾ, ਉਹਦੇ ਬਾਰੇ ਇਟ ਵਾਜ਼ ਅ ਇੰਟਰੈਕਸ਼ਨ, ਸਕੋਪ ਆਫ ਬਿਜ਼ਨਸ। ਐਗਜ਼ੈਕਟਲੀ, ਬਿਲਕੁਲ ਜੀ। ਸੋ ਸਰ ਐਂਡ 'ਚ ਤੁਸੀਂ ਕੁਛ ਹੋਰ ਕਹਿਣਾ ਚਾਹੋਗੇ ਸੁਸਾਇਟੀ ਨੂੰ, ਕੁਛ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ, ਜਾਂ ਹੋਰ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਅਪੀਲ ਕਰਦਾ ਹਾਂ ਸ਼ਹਿਰ ਵਾਸੀਆਂ ਨੂੰ ਕਿ ਇਹ ਬਹੁਤ ਹੀ ਜ਼ਿਆਦਾ ਕਰੂਸ਼ਲ ਸਮੇਂ ਹੈ। ਕਈਆਂ ਦੀ ਜ਼ਿੰਦਗੀ 'ਚ ਇਹੋ ਜਿਹਾ ਸਮੇਂ ਕਦੀ ਆਇਆ ਹੀ ਨਹੀਂ ਹੋਣਾ, ਨਾ ਸ਼ਾਇਦ ਅੱਗੇ ਆਏਗਾ। ਸੋ ਇਹ ਟਾਈਮ ਆਪਾਂ ਸਾਰੇ ਇਕੱਠੇ ਹੋਈਏ, ਇਕੱਠੇ ਹੋ ਕੇ ਜਿਹੜੇ ਨੀਡੀਜ਼ ਹੈ ਇਨ ਦੇਅਰ ਓਨ ਲਿਮਿਟਸ, ਸਟੇਇੰਗ ਐਟ ਹੋਮਸ, ਆਪਾਂ ਰਹਿ ਕੇ ਘਰ ਜੋ ਮਦਦ ਕਰ ਸਕਦੇ ਹਾਂ ਇਨ ਟਰਮਸ ਆਫ ਕਿਸੇ ਗਰੀਬ ਨੂੰ ਖਾਣੇ ਪਹੁੰਚਾਉਣਾ ਹੈ, ਦਵਾਈਆਂ ਪਹੁੰਚਾਉਣੀਆਂ ਹੈ, ਹੈਲਥ ਕੇਅਰ ਕਿਸੇ ਲਈ ਬੈੱਡ ਇੰਤਜ਼ਾਮ ਕਰਾਣੇ ਹੈ, ਜੋ ਵੀ ਆਪਾਂ ਕਿਸੇ ਤਰੀਕੇ ਦੀ ਸੋਸ਼ਲ ਹੈਲਪ ਕਰ ਸਕਦੇ ਹਾਂ ਉਹ ਜ਼ਰੂਰ ਕਰੀਏ। ਬਿਕੋਜ਼ ਇਹੀ ਇੱਕ ਹੈ ਜਿਹੜਾ ਪੁੰਨ ਦੇ ਖਾਤੇ 'ਚ ਚੀਜ਼ ਜਾਂਦੀ ਹੈ। ਵੀ ਮਸਟ ਹੈਲਪ ਦ ਨੀਡੀ। ਥੈਂਕ ਯੂ ਜੀ। ਥੈਂਕ ਯੂ ਜੀ। ਤੇ ਦੋਸਤੋ ਇਹ ਸੀਗੇ ਨੀਰਜ ਤੀਜਾ ਜੀ, ਜਿਹੜੇ ਕਿ ਬਹੁਤ ਵੱਡੇ ਇੰਡਸਟਰੀਅਲਿਸਟ ਹੋਣ ਦੇ ਨਾਲ ਨਾਲ ਇੱਕ ਸਮਾਜ ਸੇਵੀ ਹੋਏ ਹੈ, ਔਰ ਪਲੱਸ ਜਿਹੜੇ ਡਿਫਰੈਂਟ CII ਤੋਂ ਲੈ ਕੇ, ਜਿੱਦਾਂ ਉਹਨਾਂ ਨੇ ਦੱਸਿਆ ਹੁਣ ਪੁਲਿਸ ਪਬਲਿਕ ਜਿਹੜਾ ਫਾਊਂਡੇਸ਼ਨ ਹੈਗਾ ਇਹਦੇ 'ਤੇ ਵੀ ਕੰਮ ਕਰ ਰਹੇ ਹੈ। ਤੋ ਬਹੁਤ ਅੱਛਾ ਲੱਗਿਆ ਸਾਨੂੰ ਜੋ ਇਹਨਾਂ ਨੇ ਆਪਣੇ ਫਿਊਚਰ ਪਲਾਨਸ ਵੀ ਦੱਸੇ ਹੈ, ਔਰ ਜਿੱਦਾਂ ਦੀ ਇਹ ਚੀਜ਼ਾਂ ਕਰ ਰਹੇ ਹੈ ਅਤੇ ਸਾਨੂੰ ਲੱਗਦਾ ਕਿ ਬਹੁਤ ਸਾਰਾ ਯੂਥ ਜਿਹੜਾ ਹੋਰ ਵੀ ਲੋਕ ਹੈਗੇ ਆ ਉਹ ਵੀ ਇਸ ਫਾਊਂਡੇਸ਼ਨ ਨਾਲ ਜੁੜਨਗੇ ਜਾਂ ਇੱਦਾਂ ਦੇ ਪ੍ਰੋਜੈਕਟਸ ਨਾਲ ਜੁੜਨਗੇ, ਤਾਂ ਕਿ ਇਹ ਜਿਹੜੀ ਸੇਵਾਵਾਂ ਇਹਨਾਂ ਵੱਲੋਂ ਇੱਕ ਪਹਿਲ ਸ਼ੁਰੂ ਕੀਤੀ ਗਈ ਹੈ ਇਹ ਲਾਈਫ ਲੌਂਗ ਚੱਲਦੀ ਰਹੇ, ਔਰ ਜਿੱਦਾਂ ਜਿੱਦਾਂ ਲੋਕਾਂ ਨੂੰ ਜ਼ਰੂਰਤ ਪੈਂਦੀ ਰਹੇ। ਜ਼ਰੂਰੀ ਨਹੀਂ ਹੈ ਕੋਵਿਡ ਦੇ, ਜਿੱਦਾਂ ਉਹਨਾਂ ਨੇ ਦੱਸਿਆ ਐਜੂਕੇਸ਼ਨ 'ਚ ਵੀ। ਸੋ ਇਹ ਕੰਮ ਚੱਲਦਾ ਕਾਫਲਾ ਇੱਦਾਂ ਹੀ, ਜਿੱਦਾਂ ਉਹਨਾਂ ਨੇ ਕਿਹਾ ਵੱਧਦਾ ਰਹੇ। ਸੋ ਅਸੀਂ ਵੀ ਸਾਡੀ ਬਲੈਸਿੰਗਸ ਵੀ ਇਹਨਾਂ ਦੇ ਨਾਲ ਹੈ। ਇੱਦਾਂ ਹੀ ਹੋਰ ਵੀ ਚੀਜ਼ਾਂ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।